ਹਾਈ ਕਮਾਂਡ ਨੇ ਉੱਪਰ ਸਾਡੇ ਬੈਠੇ ਨੇ, ਉਹਨਾਂ ਦੀ ਉੱਚੀ ਸੋਚ ਸਦਕਾ ਜੋ ਹੋਣਾ। ਪਰ ਇਹਨਾਂ ਨੂੰ ਇਹ ਤਾਂ ਪੁੱਛ ਲਓ ਥੱਲੇ ਵਾਲਿਆਂ ਨੂੰ, ਜਿਹੜੇ ਕਾਂਗਰਸ ਦੇ ਲੀਡਰ ਨੇ, ਕਿ ਆਪਸ 'ਚ ਇਹਨਾਂ ਦਾ ਗੱਠਜੋੜ ਹੈਗਾ। ਇੱਕ ਦੂਜੇ ਨਾਲ ਤਾਂ ਇਹਨਾਂ ਦਾ ਕਾਟੋ ਕਲੇਸ਼ ਪੂਰਾ ਚੱਲਦਾ ਪਿਆ, ਇੱਕ ਦੂਜੇ ਨਾਲ ਇਹਨਾਂ ਦੀ ਕੋਈ ਸਹਿਮਤੀ ਨਹੀਂ। ਜੇ ਕੋਈ ਬਾਜਵਾ ਸਾਹਿਬ ਕੁਛ ਹੋਰ ਕਹਿੰਦੇ ਆ ਤੇ ਸਿੱਧੂ ਸਾਹਿਬ ਕੁਛ ਹੋਰ ਕਹਿੰਦੇ ਆ, ਰਾਜਾ ਵੜਿੰਗ ਸਾਹਿਬ ਕੁਛ ਹੋਰ ਕਹਿੰਦੇ ਆ, ਰੰਧਾਵਾ ਸਾਹਿਬ ਕੁਛ ਹੋਰ ਕਹਿੰਦੇ ਆ। ਇਹਨਾਂ 'ਚ ਆਪਸੀ ਗੱਠਜੋੜ ਨਹੀਂ ਹੈਗਾ ਤੇ ਸਾਡੇ ਨਾਲ ਇਹਨਾਂ ਨੇ ਕੀ ਗੱਠਜੋੜ ਕਰਨਾ। ਰਵਾਇਤੀ ਪਾਰਟੀਆਂ ਦਾ ਨਾਮ ਜ਼ਿਕਰ ਕਰਕੇ ਉਹਨਾਂ ਦੇ ਭ੍ਰਸ਼ਟਾਚਾਰ ਨੂੰ ਉਜਾਗਰ ਕਰਦੇ ਰਹੇ ਹੋ। ਅੱਜ ਉਹੀ ਪਾਰਟੀਆਂ ਦੇ ਨਾਲ ਤੁਸੀਂ ਗੱਠਜੋੜ ਕਰਕੇ ਸੀਟ ਸ਼ੇਅਰਿੰਗ ਕਰੋਗੇ। ਦੇਖੋ, ਸੀਟ ਸ਼ੇਅਰਿੰਗ ਦਾ ਇਹ ਗੱਲ ਬੜੀ ਦੂਰ ਆ। ਸਭ ਤੋਂ ਪਹਿਲਾਂ ਤਾਂ ਗੱਠਜੋੜ ਨੂੰ ਮਜ਼ਬੂਤ ਕਰਨ ਦੀ ਗੱਲ ਹੁੰਦੀ ਆ। ਸੋਚ ਇੱਕ ਹੋਣੀ ਚਾਹੀਦੀ ਆ ਸਾਰਿਆਂ ਦੀ ਕਿ ਵੀ ਅਸੀਂ ਦੇਸ਼ ਨੂੰ ਬਚਾਉਣਾ। ਜੇ ਉਹ ਆਪਣੀ ਸੋਚ ਬਦਲ ਕੇ ਵਧੀਆ ਤਰੀਕੇ ਨਾਲ ਦੇਸ਼ ਨੂੰ ਬਚਾਉਣ ਵਾਲੇ ਪਾਸੇ ਚੱਲਦੇ ਆ ਤਾਂ ਮੇਰਾ ਖਿਆਲ ਆ ਵੀ ਇਹ ਗੱਠਜੋੜ ਕਰਨ 'ਚ ਕੋਈ ਹਰਜ ਨਹੀਂ ਹੈਗਾ। ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਕਰੋਗੇ। ਪਾਰਟੀ ਨੂੰ ਅੱਗੇ ਲਿਜਾਣ ਵਾਸਤੇ, ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਿੱਥੇ ਪਾਰਟੀ ਸਾਡੀ ਹਾਈ ਕਮਾਂਡ ਸਾਡੀ ਡਿਊਟੀ ਲਾਊਗੀ, ਜਿਹਦੇ ਵੀ ਕੰਪੇਨ ਕਰਨੀ ਪਈ ਅਸੀਂ ਕਰਾਂਗੇ। ਗੁਰਪ੍ਰੀਤ ਗੋਗੀ ਦੀ ਅੰਤਰਾਤਮਾ ਕੀ ਕਹਿੰਦੀ ਹੈ? ਜਿਹੜੇ ਤੁਸੀਂ ਪਿੱਛੇ ਬਿਆਨ ਦਿੱਤੇ ਕਿ 9.5 ਸਾਲ ਰਵਨੀਤ ਬਿੱਟੂ ਨੇ ਕੰਮ ਨਹੀਂ ਕੀਤਾ, ਕੁੰਭਕਰਨ ਦਾ ਨਾਮ ਦਿੱਤਾ ਕਿ ਕੁੰਭਕਰਨ ਵੋਟਾਂ ਕਰਕੇ ਹੁਣ ਆ ਗਿਆ, ਫਿਰ ਜੇ ਉਹਨਾਂ ਵਾਸਤੇ ਵੋਟਾਂ ਮੰਗਣੀਆਂ ਪਈਆਂ ਤਾਂ ਫਿਰ ਆਪਣੀ ਅੰਤਰਾਤਮਾ ਦੀ ਆਵਾਜ਼ ਕਿੱਥੇ ਹੈ? ਮੈਂ ਸੱਚ ਬੋਲਿਆ ਸੀ, ਸੱਚ ਤੇ ਖੜਾ। ਜੋ ਕਿਹਾ ਸੀ ਸੱਚ ਕਿਹਾ ਸੀ, ਜੋ ਸੱਚ ਹੈ ਉਹੀ ਬੋਲਿਆ, ਜੋ ਅੱਗੋਂ ਸੱਚ ਆਏਗਾ ਉਹੀ ਬੋਲੂੰਗਾ। ਇੰਡੀਆ ਗੱਠਜੋੜ ਨੂੰ ਲੈ ਕੇ ਸੰਭਾਵਨਾਵਾਂ ਲਗਾਤਾਰ ਚੱਲ ਰਹੀਆਂ ਤੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾਵਾਂ ਦੇ ਵੱਖ-ਵੱਖ ਬਿਆਨ ਇੰਡੀਆ ਗੱਠਜੋੜ ਨੂੰ ਲੈ ਕੇ ਆਉਣੇ ਸ਼ੁਰੂ ਹੋ ਚੁੱਕੇ ਨੇ। ਨਵਜੋਤ ਸਿੰਘ ਸਿੱਧੂ ਵੱਲੋਂ ਵੀ ਟਵੀਟ ਕਰਕੇ ਇੰਡੀਆ ਗੱਠਜੋੜ ਨੂੰ ਲੈ ਕੇ ਆਪਣੀ ਸਹਿਮਤੀ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਠਜੋੜ ਦੀ ਕੀ ਸੰਭਾਵਨਾ ਰਹੇਗੀ, ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਐਮਐਲਏ ਗੁਰਪ੍ਰੀਤ ਗੋਗੀ ਜੀ। ਗੱਠਜੋੜ ਨੂੰ ਲੈ ਕੇ ਸੰਭਾਵਨਾਵਾਂ ਚੱਲ ਰਹੀਆਂ, ਮੀਟਿੰਗਾਂ ਚੱਲ ਰਹੀਆਂ, ਹੁਣ ਪੰਜਾਬ ਦੇ ਨੇਤਾਵਾਂ ਦਾ ਵੀ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵੱਲੋਂ ਸਹਿਮਤੀ ਦਿੱਤੀ ਗਈ ਹੈ ਗੱਠਜੋੜ ਨੂੰ ਲੈ ਕੇ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਠਜੋੜ ਤਾਂ ਸਾਡੇ ਜੋ ਵੀ ਇੰਡੀਆ ਦਾ ਜੋ ਵੀ ਹੋਣਾ ਅਲਾਇੰਸ ਹਾਈ ਕਮਾਂਡ ਨੇ ਉੱਪਰ ਸਾਡੇ ਬੈਠੇ ਨੇ, ਉਹਨਾਂ ਦੀ ਉੱਚੀ ਸੋਚ ਸਦਕਾ ਜੋ ਹੋਣਾ। ਪਰ ਇਹਨਾਂ ਨੂੰ ਇਹ ਤਾਂ ਪੁੱਛ ਲਓ ਥੱਲੇ ਵਾਲਿਆਂ ਨੂੰ, ਜਿਹੜੇ ਕਾਂਗਰਸ ਦੇ ਲੀਡਰ ਨੇ, ਕਿ ਆਪਸ 'ਚ ਇਹਨਾਂ ਦਾ ਗੱਠਜੋੜ ਹੈਗਾ। ਇੱਕ ਦੂਜੇ ਨਾਲ ਤਾਂ ਇਹਨਾਂ ਦਾ ਕਾਟੋ ਕਲੇਸ਼ ਪੂਰਾ ਚੱਲਦਾ ਪਿਆ, ਇੱਕ ਦੂਜੇ ਨਾਲ ਇਹਨਾਂ ਦੀ ਕੋਈ ਸਹਿਮਤੀ ਨਹੀਂ। ਜੇ ਕੋਈ ਬਾਜਵਾ ਸਾਹਿਬ ਕੁਛ ਹੋਰ ਕਹਿੰਦੇ ਆ ਤੇ ਸਿੱਧੂ ਸਾਹਿਬ ਕੁਛ ਹੋਰ ਕਹਿੰਦੇ ਆ, ਰਾਜਾ ਵੜਿੰਗ ਸਾਹਿਬ ਕੁਛ ਹੋਰ ਕਹਿੰਦੇ ਆ, ਰੰਧਾਵਾ ਸਾਹਿਬ ਕੁਛ ਹੋਰ ਕਹਿੰਦੇ ਆ। ਪਹਿਲਾਂ ਇਹਨਾਂ ਨੂੰ ਕਹੋ ਗੱਠਜੋੜ ਤੋਂ ਪਹਿਲਾਂ ਆਪ ਦਾ ਇੱਕ ਮਨ ਬਣਾਉਣ ਕਿ ਇਹ ਲੋਕ ਕਿੱਥੇ ਖੜ੍ਹੇ ਨੇ। ਇਹਨਾਂ 'ਚ ਆਪਸੀ ਗੱਠਜੋੜ ਨਹੀਂ ਹੈਗਾ ਤੇ ਸਾਡੇ ਨਾਲ ਇਹਨਾਂ ਨੇ ਕੀ ਗੱਠਜੋੜ ਕਰਨਾ। ਤਾਂ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਹਿਲੇ ਆਪਣੇ ਨੇਤਾਵਾਂ ਦੇ ਵਿੱਚ ਗੱਠਜੋੜ ਕਰੇ, ਫਿਰ ਦੂਜੀ ਪਾਰਟੀਆਂ ਦੇ ਨਾਲ ਗੱਠਜੋੜ ਦੀ ਸੋਚੇ? ਬਿਲਕੁਲ, ਕਿਉਂਕਿ ਇਹਨਾਂ ਦਾ ਆਪੋ ਧਾਪ ਹੀ ਆ। ਕੁਰਸੀ ਦੇ ਲਾਲਚ ਦੇ ਪਿੱਛੇ ਸਾਰੇ ਆਪਸ 'ਚ ਇੱਕ ਦੂਜੇ ਨੂੰ ਗਲੋਂ ਫੜਨ ਨੂੰ ਤਿਆਰ ਹੋਏ ਹੋਏ ਨੇ। ਜਦ ਤੱਕ ਇਹ ਆਪਸ 'ਚ ਨਹੀਂ ਇਕੱਠੇ ਹੁੰਦੇ ਤੇ ਕੀ ਗੱਠਜੋੜ ਕਰ ਲੈਣਗੇ? ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇਹਨਾਂ ਦੀ ਗੱਲ ਵੀ ਗੱਠਜੋੜ ਵਾਲੀ ਕੋਈ। ਪਰ ਸੰਭਾਵਨਾਵਾਂ ਲਗਾਤਾਰ ਚੱਲ ਰਹੀਆਂ, 2 ਮੀਟਿੰਗਾਂ ਹੋ ਚੁੱਕੀਆਂ, ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਜਿਹੜੇ ਵਾ ਵੱਡੇ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਐਮਐਲਏ ਹੋ, ਸਰਕਾਰ ਦੇ ਵਿੱਚ ਨੁਮਾਇੰਦੇ ਹੋ, ਕਿਸ ਤਰ੍ਹਾਂ ਦੇਖਦੇ ਹੋ ਗੱਠਜੋੜ ਦੀ? ਜੇ ਅਗਰ ਗੱਠਜੋੜ ਹੁੰਦਾ ਤਾਂ ਕੀ ਸੰਭਾਵਨਾਵਾਂ ਨੇ? ਦੇਖੋ, ਇਹ ਹਾਈ ਕਮਾਂਡ ਦੇ ਫੈਸਲੇ ਹੁੰਦੇ ਨੇ। ਸਾਨੂੰ ਤਾਂ ਜੋ ਹਾਈ ਕਮਾਂਡ ਨੇ ਡਿਊਟੀ ਲਾਉਣੀ ਆ, ਅਸੀਂ ਉਹਨਾਂ ਦੇ ਬੋਲਾਂ ਦੇ ਉੱਤੇ ਫੁੱਲ ਚੜਾਉਣੇ ਹੈਗੇ ਆ। ਜੋ ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਜੀ ਕਹਿਣਗੇ, ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ, ਸਾਨੂੰ ਜੋ ਡਿਊਟੀ ਲਾਉਣਗੇ ਅਸੀਂ ਉਹਨਾਂ ਦੀ ਡਿਊਟੀ ਦੇ ਉੱਤੇ ਉਹਨਾਂ ਦੇ ਸਿਪਾਹੀ ਹਾਂ, ਜਾਂ ਅਸੀਂ ਉੱਥੇ ਖਰੇ ਉਤਰਾਂਗੇ ਆਪਣੀ ਡਿਊਟੀ 'ਤੇ। ਤੁਹਾਡਾ ਆਪਣਾ ਕੀ ਵਿਚਾਰ ਹੈ? ਕਿਉਂਕਿ ਕਾਂਗਰਸ ਦੇ ਨੇਤਾ ਵੱਖ-ਵੱਖ ਵਿਚਾਰ ਦੇ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਆਪਣੇ ਵਿਚਾਰ ਦੇ ਰਹੇ ਨੇ, ਨਵਜੋਤ ਸਿੰਘ ਸਿੱਧੂ ਆਪਣੇ ਵਿਚਾਰ ਦੇ ਰਹੇ ਨੇ। ਤੁਸੀਂ ਐਮਐਲਏ ਹੋ, ਸਰਕਾਰ ਦੇ ਵਿੱਚ ਨੁਮਾਇੰਦੇ ਹੋ, ਜਨਤਾ ਦੇ ਨੁਮਾਇੰਦਗੀ ਕਰਦੇ ਹੋ, ਤੁਹਾਡਾ ਕੀ ਵਿਚਾਰ ਹੈ? ਦੇਖੋ, ਸਾਡਾ ਵਿਚਾਰ ਹੈਗਾ ਵੀ ਦੇਸ਼ ਨੂੰ ਮੋਦੀ ਮੁਕਤ ਕਰਾਉਣਾ। ਕਿਉਂਕਿ ਜਿਸ ਤਰੀਕੇ ਨਾਲ ਪਿਛਲੇ 10 ਸਾਲਾਂ ਤੋਂ ਇਹਨਾਂ ਨੇ ਸਿਰਫ ਉੱਪਰਲਾ, ਜੇ ਕੋਈ ਵੱਡੀਆਂ ਇਹਨਾਂ ਦੇ ਹੈਗੇ ਨੇ ਕਾਰਪੋਰੇਟਸ, ਉਹਨਾਂ ਨੂੰ ਪ੍ਰਮੋਟ ਕਰ ਰਿਹਾ ਇਹ, ਅਤੇ ਇਸ ਨਾਲ ਥੱਲੇ ਵਾਲੇ ਵਪਾਰੀ ਲੋਕ ਨੇ ਜੋ, ਜਾਂ ਆਮ ਲੋਕ ਨੇ, ਉਹਨਾਂ ਲਈ ਤਾਂ ਕੋਈ ਰਿਲੀਫ ਹੋਈ ਨਹੀਂ। ਕਿਸੇ ਦੇ ਸਿਲੰਡਰ ਦੇਖ ਲਓ ਕਿੱਥੇ ਪਹੁੰਚ ਚੁੱਕਿਆ, ਮਹਿੰਗਾਈ, ਦਾਲਾਂ ਕਿੱਥੇ ਪਹੁੰਚ ਗਈਆਂ। ਜਿਹੜੇ ਵਾਅਦੇ ਇਹਨਾਂ ਨੇ ਚੁਣਾਵੀ ਕੀਤੇ ਸੀ 15-15 ਲੱਖ ਲਿਆ ਕੇ ਸਵਿਸ ਬੈਂਕਾਂ 'ਚੋਂ ਜਿਹੜੇ ਹੈਗੇ ਲੋਕਾਂ ਦੇ ਲਿਆ ਕੇ ਰੱਖਾਂਗੇ, ਦੱਸੋ ਕਿਹੜਾ ਇਹਨਾਂ ਨੇ ਕੁਛ ਕੀਤਾ ਹੈਗਾ? ਇਸ ਕਰਕੇ ਜੁਮਲੇਬਾਜ਼ੀ ਦੀ ਸਰਕਾਰ ਸੀਗੀ ਇਹਨਾਂ ਦੀ। 10 ਸਾਲ ਇਹਨਾਂ ਨੇ ਬਹੁਤ ਲੋਕਾਂ ਨੂੰ ਲੁੱਟ ਲਿਆ, ਕੁੱਟ ਲਿਆ, ਔਰ ਹੁਣ ਵੀ ਸੋਚਦਾ ਵੀ ਅਸੀਂ ਐਸਾ ਕੋਈ ਕਾਨੂੰਨ ਲਿਆ ਕੇ
ਅਸੀਂ ਦੇਸ਼ ਨੂੰ ਕੀ ਕਹਿੰਦੇ ਇਸ ਤਰੀਕੇ ਦਾ ਕਰ ਦਿਆਂਗੇ। ਹੁਣ ਦੇਸ਼ ਵਾਸੀ ਬੜੇ ਸਿਆਣੇ ਹੋ ਚੁੱਕੇ ਨੇ, ਉਹਨਾਂ ਨੂੰ ਸਾਰੀਆਂ ਪਾਰਟੀਆਂ ਦੇ ਰੁੱਖਾਂ ਦਾ ਪਤਾ ਲੱਗ ਚੁੱਕਿਆ ਵੀ ਕਿਹੜੀ ਪਾਰਟੀ ਜਨਤਾ ਦੇ ਨਾਲ ਆ, ਕਿਹੜੀ ਪਾਰਟੀ ਜਨਤਾ ਦੇ ਉਲਟ ਆ। ਲੋਕਾਂ ਨੇ ਆਪਣੇ ਜਿਹੜਾ ਮਤਦਾਨ ਦੇਣਾ, ਮਤਦਾਨ ਦਾ ਮਤਲਬ ਆਪਣੀ ਮਤ ਕਿਸੇ ਨੂੰ ਦਾਨ ਕਰਨੀ ਹੁੰਦੀ ਆ, ਅਤੇ ਇਸ ਕਰਕੇ ਉਹ ਮਤਦਾਨ ਉਸੇ ਪਾਰਟੀਆਂ ਨੂੰ ਕਰਨਗੇ ਜਿਹੜੀਆਂ ਪਾਰਟੀਆਂ ਦੇਸ਼ ਦੀ ਸੁਰੱਖਿਆ ਵਾਸਤੇ, ਦੇਸ਼ ਦੇ ਭਲੇ ਵਾਸਤੇ ਔਰ ਲੋਕਾਂ ਦੇ, ਆਮ ਲੋਕਾਂ ਦੇ, ਗਰੀਬਾਂ ਦੇ ਵਾਸਤੇ, ਕਿਸਾਨਾਂ ਦੇ ਵਾਸਤੇ, ਵਪਾਰੀ ਵਰਗ, ਛੋਟੇ ਵਰਗ ਲਈ, ਵੱਡੇ ਇੰਡਸਟਰੀਲਿਸਟਾਂ ਲਈ, ਸਾਰਿਆਂ ਲਈ ਮਤਲਬ ਉਹ ਸੋਚਿਆ ਜਾਊਗਾ, ਨੌਜਵਾਨਾਂ ਦੀ ਸੋਚਿਆ ਜਾਊਗਾ, ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਵਾਸਤੇ। ਮਤਲਬ ਬੜੇ ਏਜੰਡੇ ਨੇ ਜਿਹੜੇ ਕਿ ਮੋਦੀ ਸਾਹਿਬ ਦੇ ਏਜੰਡੇ ਤੋਂ ਬਿਲਕੁਲ ਵੱਖਰੇ ਨੇ, ਜਿਨ੍ਹਾਂ ਨੇ ਅੱਜ ਤੱਕ ਇਹਨਾਂ ਏਜੰਡਿਆਂ ਦੇ ਉੱਤੇ ਕੰਮ ਹੀ ਨਹੀਂ ਕੀਤਾ, ਨਾ ਕੋਈ ਯੂਥ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਨੇ। ਕਿਉਂ ਸਾਡਾ ਯੂਥ ਬਾਹਰ ਭੱਜਿਆ ਜਾ ਰਿਹਾ? ਹੁਣ ਅਸੀਂ ਮਾਨ ਸਾਹਿਬ ਨੇ ਦੇਖੋ 35,000 ਨੌਕਰੀਆਂ ਆਉਂਦੇ ਸਾਰ ਸਰਕਾਰੀ ਦਿੱਤੀਆਂ ਨੇ, 28,000 ਤੋਂ ਕਰੀਬ ਉਹਨਾਂ ਨੇ ਪੱਕੇ ਕਰ ਦਿੱਤੇ ਨੇ। ਹੋਰ ਆਉਣ ਵਾਲੇ ਦਿਨਾਂ 'ਚ ਪਟਵਾਰੀਆਂ ਦਾ ਹੁਣ ਅਸੀਂ ਕਿੰਨੇ ਬੰਦੇ ਪੱਕੇ ਕਰਨ ਜਾ ਰਹੇ ਹਾਂ, ਮਤਲਬ ਨਵੀਆਂ ਨੌਕਰੀਆਂ ਕੱਢੀਆਂ, 741 ਦੇ ਕਰੀਬ ਹੋਰ ਕੱਢੀਆਂ, ਹੋਰ ਨਿਕਲਣੀਆਂ ਨੇ। ਮਤਲਬ ਜੋ ਸਰਕਾਰਾਂ ਜਾਣ ਵੇਲੇ ਕਰਦੀਆਂ ਨੇ, ਸਾਡੀ ਆਮ ਆਦਮੀ ਪਾਰਟੀ ਉਹ ਆਉਂਦੇ ਸਾਰ ਉਹਨਾਂ ਨੇ ਵੱਡੇ ਵੱਡੇ ਵਾਅਦੇ, ਭਾਵੇਂ ਬਿਜਲੀ ਦਾ ਲਾ ਲਓ, ਮੁਹੱਲਾ ਕਲੀਨਿਕ ਜਗ੍ਹਾ ਜਗ੍ਹਾ ਖੁੱਲ੍ਹ ਗਏ ਨੇ। ਮਤਲਬ ਅਸੀਂ ਕੰਮ ਕਰ ਰਹੇ ਹਾਂ। ਲੋਕ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੀ ਭਲਾਈ ਵਾਸਤੇ ਮੋਦੀ ਸਰਕਾਰ ਨੂੰ ਚਲਤਾ ਕਰਨ ਵਾਸਤੇ ਗੱਠਜੋੜ ਹੋਏਗਾ, ਪਰ ਲੋਕ ਤੁਹਾਡੇ ਤੇ ਯਕੀਨ ਕਿਸ ਤਰ੍ਹਾਂ ਕਰਨ? ਕਿਉਂਕਿ ਜਿਹੜੀ ਪਾਰਟੀਆਂ ਨੂੰ ਤੁਸੀਂ ਹੁਣ ਤੋਂ ਹਫ਼ਤਾ ਪਹਿਲਾਂ, 10 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਤੱਕ ਕੋਸਦੇ ਰਹੇ ਹੋ, ਬੇਸ਼ੱਕ ਉਹ ਭਾਵੇਂ ਕਾਂਗਰਸ ਹੀ ਹੋਵੇ, ਰਵਾਇਤੀ ਪਾਰਟੀਆਂ ਦਾ ਨਾਮ ਜ਼ਿਕਰ ਕਰਕੇ ਉਹਨਾਂ ਦੇ ਭ੍ਰਸ਼ਟਾਚਾਰ ਨੂੰ ਉਜਾਗਰ ਕਰਦੇ ਰਹੇ ਹੋ, ਅੱਜ ਉਹੀ ਪਾਰਟੀਆਂ ਦੇ ਨਾਲ ਤੁਸੀਂ ਗੱਠਜੋੜ ਕਰਕੇ ਸੀਟ ਸ਼ੇਅਰਿੰਗ ਕਰੋਗੇ। ਦੇਖੋ, ਸੀਟ ਸ਼ੇਅਰਿੰਗ ਦਾ ਇਹ ਗੱਲ ਬੜੀ ਦੂਰ ਆ। ਸਭ ਤੋਂ ਪਹਿਲਾਂ ਤਾਂ ਗੱਠਜੋੜ ਨੂੰ ਮਜ਼ਬੂਤ ਕਰਨ ਦੀ ਗੱਲ ਹੁੰਦੀ ਆ। ਜੋ ਸਾਡੇ ਉੱਪਰ ਸਿਪਾ ਸਲਾਰ ਬੈਠੇ ਨੇ, ਉਹਨਾਂ ਨੂੰ ਭਲੀ ਭਾਂਤੀ ਪਤਾ ਸੀ ਦੇਸ਼ ਨੂੰ ਕਿੱਦਾਂ ਬਚਾਉਣਾ, ਕਿੱਦਾਂ ਅਸੀਂ ਇਸ ਪੁਰਾਣੀ ਪਾਰਟੀ ਤੋਂ ਮੁਕਤ ਕਰਾਉਣਾ, ਮੋਦੀ ਪਾਰਟੀ ਤੋਂ। ਅਤੇ ਉਹਦੇ ਲਈ ਬੜੇ ਸੰਜੀਦਗੀ ਦੇ ਨਾਲ ਇਹਦੇ ਉੱਤੇ ਸਾਰੇ ਮੰਥਨ ਹੋ ਰਿਹਾ ਹੈਗਾ, ਔਰ ਬੜੇ ਵਧੀਆ ਤਰੀਕੇ ਨਾਲ ਹੀ ਕਰਾਂਗੇ। ਇਹਦੇ 'ਚ ਇਹ ਨਹੀਂ ਹੁੰਦਾ ਵੀ ਫਲਾਣੀ। ਦੇਖੋ, ਜਦੋਂ ਵੀ ਕੋਈ ਵੀ ਮੁਹਿੰਮ ਵੱਡੀ ਜਾਣੀ ਹੁੰਦੀ, ਇੱਕ ਡੈਸਟੀਨੇਸ਼ਨ ਤਾਂ ਸੇਮ ਆ ਨਾ, ਸੋਚ ਇੱਕ ਹੋਣੀ ਚਾਹੀਦੀ ਆ ਸਾਰਿਆਂ ਦੀ ਕਿ ਵੀ ਅਸੀਂ ਦੇਸ਼ ਨੂੰ ਬਚਾਉਣਾ। ਜੇ ਉਹ ਆਪਣੀ ਸੋਚ ਬਦਲ ਕੇ ਵਧੀਆ ਤਰੀਕੇ ਨਾਲ ਦੇਸ਼ ਨੂੰ ਬਚਾਉਣ ਵਾਲੇ ਪਾਸੇ ਚੱਲਦੇ ਆ, ਤਾਂ ਮੇਰਾ ਖਿਆਲ ਆ ਵੀ ਇਹ ਗੱਠਜੋੜ ਕਰਨ 'ਚ ਕੋਈ ਹਰਜ ਨਹੀਂ ਹੈਗਾ। ਤਾਂ ਗੱਠਜੋੜ ਜੇ ਹੁੰਦਾ ਤਾਂ ਕਾਮਨ ਮਿਨੀਮਮ ਪ੍ਰੋਗਰਾਮ ਬੰਦਾ ਵਾ, ਅਤੇ ਤੁਸੀਂ ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਕਰੋਗੇ, ਕਿਉਂਕਿ ਉਹੀ ਉਮੀਦਵਾਰਾਂ ਨੂੰ ਤੁਸੀਂ ਕੋਸਦੇ ਰਹੇ ਹੋ। ਉਹੀ ਉਮੀਦਵਾਰ ਜੇ ਸਾਂਝੇ ਪ੍ਰੋਗਰਾਮ ਦੇ ਵਿੱਚ ਚੁਣ ਕੇ ਆਉਂਦੇ ਆ ਜਾਂ ਉਹਨਾਂ ਨੂੰ ਸੀਟ ਮਿਲਦੀ ਆ, ਅਤੇ ਤੁਸੀਂ ਪ੍ਰਚਾਰ ਕਰੋਗੇ, ਚਾਹੇ ਬੇਸ਼ੱਕ ਰਵਨੀਤ ਬਿੱਟੂ ਦੀ ਗੱਲ ਹੋਵੇ ਜਾਂ ਕਿਸੇ ਹੋਰ MP ਦੀ ਉਮੀਦਵਾਰ ਦੀ ਗੱਲ ਹੋਵੇ। ਦੇਖੋ, ਜੋ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਏਗਾ ਸਾਡੇ ਸਿਰ ਮੱਥੇ ਆ। ਭਾਵੇਂ ਸਾਨੂੰ ਕਿਸੇ ਦੀ ਵੀ ਕਹਿਣਗੇ, ਜੋ ਵੀ ਕਹਿਣਗੇ, ਅਸੀਂ ਪਾਰਟੀ ਦੇ ਝੰਡੇ ਥੱਲੇ ਖੜ੍ਹੇ ਹਾਂ, ਔਰ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ, ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਿੱਥੇ ਪਾਰਟੀ ਸਾਡੀ ਹਾਈ ਕਮਾਂਡ ਸਾਡੀ ਡਿਊਟੀ ਲਾਊਗੀ, ਜਿਹਦੀ ਵੀ ਕੰਪੇਨ ਕਰਨੀ ਪਈ, ਅਸੀਂ ਕਰਾਂਗੇ। ਅਤੇ ਜਿਹੜੇ ਪਿਛਲੇ ਬਿਆਨ ਜਿਹੜੇ ਸੀਗੇ, ਫਿਰ ਲੋਕ ਉਸ ਨੂੰ ਪ੍ਰਚਾਰ ਨਹੀਂ ਕਰੂੰਗੇ ਕਿ ਹਾਂ ਵੀ ਮਹੀਨਾ ਪਹਿਲਾਂ ਇਹ ਪ੍ਰਚਾਰ ਹੋ ਰਿਹਾ ਸੀਗਾ, ਹੁਣ ਉਹਨਾਂ ਦੀ ਕੰਪੇਨ ਕੀਤੀ ਜਾ ਰਹੀ ਹੈ? ਉਹ ਲੋਕਾਂ ਦਾ ਆਪਦਾ ਫੈਸਲਾ ਹੋਏਗਾ, ਲੋਕਾਂ ਨੇ ਕਿਹਨੂੰ ਵੋਟ ਪਾਣੀ ਹੈ, ਕਿਹਨੂੰ ਨਹੀਂ ਪਾਣੀ। ਪਰ ਜੋ ਪਾਰਟੀ ਹਾਈ ਕਮਾਂਡ ਸਾਡੀ ਡਿਊਟੀ ਲਾਏਗੀ, ਅਸੀਂ ਉੱਥੇ ਖਰੇ ਉਤਰਾਂਗੇ। ਤਾਂ ਗੁਰਪ੍ਰੀਤ ਗੋਗੀ ਦੀ ਅੰਤਰ-ਆਤਮਾ ਕੀ ਕਹਿੰਦੀ ਹੈ? ਜਿਹੜੇ ਤੁਸੀਂ ਪਿੱਛੇ ਬਿਆਨ ਦਿੱਤੇ ਕਿ 9.5 ਸਾਲ ਰਵਨੀਤ ਬਿੱਟੂ ਨੇ ਕੰਮ ਨਹੀਂ ਕੀਤਾ, ਕੁੰਭਕਰਨ ਦਾ ਨਾਮ ਦਿੱਤਾ ਕਿ ਕੁੰਭਕਰਨ ਵੋਟਾਂ ਕਰਕੇ ਹੁਣ ਆ ਗਿਆ, ਫਿਰ ਜੇ ਉਹਨਾਂ ਵਾਸਤੇ ਵੋਟਾਂ ਮੰਗਣੀਆਂ ਪਈਆਂ ਤਾਂ ਫਿਰ ਆਪਣੀ ਅੰਤਰ-ਆਤਮਾ ਦੀ ਆਵਾਜ਼ ਕਿੱਥੇ ਹੈ? ਮੈਂ ਸੱਚ ਬੋਲਿਆ ਸੀ, ਸੱਚ 'ਤੇ ਖੜ੍ਹਾ। ਜੋ ਕਿਹਾ ਸੀ ਸੱਚ ਕਿਹਾ ਸੀ, ਜੋ ਸੱਚ ਹੈ ਉਹੀ ਬੋਲਿਆ, ਜੋ ਅੱਗੋਂ ਸੱਚ ਆਏਗਾ ਉਹੀ ਬੋਲੂੰਗਾ। ਤੇ ਪਾਰਟੀ ਡਿਊਟੀ ਲਾਉਂਦੀ ਹੈ ਤਾਂ ਫਿਰ ਪ੍ਰਚਾਰ ਕਰੂੰਗੇ। ਜੋ ਪਾਰਟੀ ਡਿਊਟੀ ਲਾਊਗੀ, ਪਾਰਟੀ ਦੇ ਅਸੀਂ ਜੋ ਵੀ ਏਜੰਡਾ ਹੋਏਗਾ ਉਹਦੇ 'ਤੇ ਅਸੀਂ ਕੰਮ ਕਰਾਂਗੇ। ਜੀ ਬਿਲਕੁਲ, ਇਹ ਸੀਗੇ MLA ਗੁਰਪ੍ਰੀਤ ਗੋਗੀ, ਜਿਹੜੇ ਇੰਡੀਆ ਗੱਠਜੋੜ ਨੂੰ ਲੈ ਕੇ ਵੱਡੇ ਬਿਆਨ ਦਿੰਦੇ ਨਜ਼ਰ ਆਏ ਨੇ ਤੇ ਕਹਿੰਦੇ ਨੇ ਕਿ ਮੋਦੀ ਸਰਕਾਰ ਨੂੰ ਦੇਸ਼ ਤੋਂ ਭਜਾਉਣ ਵਾਸਤੇ ਗੱਠਜੋੜ ਜ਼ਰੂਰੀ ਆ। ਪਰ ਦੂਜੇ ਪਾਸੇ ਕਾਂਗਰਸ ਦੇ ਨੇਤਾਵਾਂ ਨੂੰ ਵੀ ਨਸੀਹਤ ਦਿੰਦੇ ਨਜ਼ਰ ਆਏ ਨੇ ਕਿ ਪਹਿਲਾਂ ਪਾਰਟੀ ਦੇ ਵਿੱਚ ਜਿਹੜਾ ਵਾ ਏਕਾ ਕਰ ਲਓ, ਗੱਠਜੋੜ ਦੀ ਨੂੰ ਲੈ ਕੇ ਬਿਆਨ ਬਾਅਦ 'ਚੋਂ ਦਿੱਤੇ ਜਾਣ। ਤੇ ਦੂਜੇ ਪਾਸੇ ਰਵਨੀਤ ਬਿੱਟੂ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਕਿ ਅਗਰ ਗੱਠਜੋੜ ਹੁੰਦਾ ਤੇ ਰਵਨੀਤ ਬਿੱਟੂ ਉਮੀਦਵਾਰ ਬੰਦੇ ਨੇ ਤੇ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਾਂਗੇ। ਤੇ ਜੋ ਪਹਿਲਾਂ ਬਿਆਨ ਦਿੱਤੇ ਨੇ ਉਹ ਸੱਚਾਈ ਦੇ ਉੱਤੇ ਬਿਆਨ ਦਿੱਤੇ ਨੇ, ਮੈਂ ਉਹਦੇ ਦੇ ਉੱਤੇ ਅੱਜ ਵੀ ਕਾਇਮ ਹਾਂ। ਪਰ ਗੱਠਜੋੜ ਦੇ ਉੱਤੇ ਜੋ ਪਾਰਟੀ ਹੁਕਮ ਲਗਾਏਗੀ ਉਸ ਦੇ ਉੱਤੇ ਪਾਲਣ ਕੀਤਾ ਜਾਏਗਾ। ਕੈਮਰਾ ਪਰਸਨ ਗੁਰਸੰਤ ਦੇ ਨਾਲ ਵਿਵੇਕ ਟਾਲ, ਚਰਚਾ TV ਲੁਧਿਆਣਾ।